किताब हम हिंदू नहीं। लेखक भाई कान सिंह नाभा। भाग पंजवां। जाति वर्ण। आवाज़ भाई गुरजंट सिंह रूपोवाली। वाहिगुरू जी का खालसा वाहिगुरू जी की फतेह। जाति वर्ण। सिखां विच भी ज्ञानी, ग्रंथी, सिपाही, जमींदार, व्यापारी और लांगरी आदिक अधिकार और दर्जे हैं, पर यह नहीं कि जन्म तो ही वर्ण मन्ने जाण और मरण पर्यंत एक अधिकार विच ही आदमी अपनी सारी अवस्था बतीत करे। खालसा पंथ विच जो ज्ञानी है ਉਹੀ ਦੂਜੇ ਵੇਲੇ ਸੰਗਤਾਂ ਦੇ ਜੋੜੇ ਝਾੜਨ ਵਾਲਾ ਸੇਵਕ ਹੈ ਔਰ ਉਹੀ ਸ਼ਸਤਰਧਾਰੀ ਹੋ ਕੇ ਯੋਧਾ ਹੈ। ਇਸੇ ਤਰ੍ਹਾਂ ਜੋ ਸਿੱਖ ਸੰਗਤ ਦੇ ਝੂਠੇ ਭਾਂਡੇ ਮਾਂਜਦਾ ਹੈ ਉਹੀ ਦੂਜੇ ਵੇਲੇ ਕਥਾ ਕਰਕੇ ਸੰਗਤ ਨੂੰ ਉਪਦੇਸ਼ ਦਿੰਦਾ ਹੈ ਅਤੇ ਆਦਿ। ਹਿੰਦੂ ਮਤ ਵਿੱਚ ਮਾਂ ਬਾਪ ਤੋਂ ਜਾਤੀ ਮੰਨੀ ਗਈ ਹੈ। ਇਸ ਵਿਸ਼ੇ ਤੇ ਦੇਖੋ ਮਨੂ ਸਿਮਰਤੀ ਦਾ ਅਧਿਆਇ 10 ਸ਼ਲੋਕ ਨੰਬਰ 5। ਸਿੱਖ ਵੱਲੋਂ ਜਵਾਬ। ਆਪ ਜਾਤੀ ਵਰਨ ਦੇ ਭਾਰੇ ਸ਼ਰਧਾਲੂ ਹੋ, ਬਲਕਿ ਜਾਤੀ ਵਿਸ਼ੇ ਵਿੱਚ ਆਪ ਨੇ ਵਾਹਿਗੁਰੂ ਦੀ ਪਰਜਾ ਪਰ ਬੜਾ ਅਨਿਆਂ ਕੀਤਾ ਹੈ, ਜੋ ਅਸੀਂ ਆਪ ਨੂੰ ਆਪਦੇ ਹੀ ਪੁਸਤਕਾਂ ਦੇ ਹਵਾਲੇ ਦੇ ਕੇ ਦੱਸਦੇ ਹਾਂ। ਦੇਖੋ ਬ੍ਰਾਹਮਣ ਬਾਬਤ ਆਪ ਦੇ ਪੁਸਤਕ ਕੀ ਆਖਦੇ ਹਨ। ਜਗਤ ਵਿੱਚ ਜਿਤਨਾ ਧਨ ਹੈ ਸਭ ਬ੍ਰਾਹਮਣ ਦਾ ਹੈ। ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਣ ਕਰਕੇ ਸਭ ਕੁਝ ਗ੍ਰਹਿਣ ਕਰਨੇ ਯੋਗ ਬ੍ਰਾਹਮਣ ਹੈ। ਬ੍ਰਾਹਮਣ ਜੋ ਦੂਸਰੇ ਦਾ ਅੰਨ ਖਾਂਦਾ ਹੈ, ਕੱਪੜਾ ਪਹਿਨਦਾ ਹੈ ਜਾਂ ਕਿਸੇ ਦੀਆਂ ਚੀਜ਼ਾਂ ਹੋਰਨਾਂ ਨੂੰ ਦੇ ਦਿੰਦਾ ਹੈ, ਇਸ ਤੋਂ ਇਹ ਨਾ ਸਮਝੋ ਕਿ ਬ੍ਰਾਹਮਣ ਕਿਸੇ ਦੀ ਵਸਤੂ ਵਰਤਦਾ ਹੈ। ਨਹੀਂ, ਇਹ ਜੋ ਕੁਝ ਸੰਸਾਰ ਵਿੱਚ ਹੈ ਸਭ ਬ੍ਰਾਹਮਣ ਦਾ ਹੀ ਹੈ। ਮਨੂ ਸਿਮਰਤੀ ਅਧਿਆਇ 1। ਜੇ ਰਾਜੇ ਨੂੰ ਦੱਬਿਆ ਹੋਇਆ ਖਜ਼ਾਨਾ ਮਿਲ ਜਾਵੇ ਤਾਂ ਉਸ ਵਿੱਚੋਂ ਅੱਧਾ ਆਪ ਰੱਖੇ ਔਰ ਅੱਧਾ ਬ੍ਰਾਹਮਣ ਨੂੰ ਦੇ ਦੇਵੇ। ਮਨੂ ਸਿਮਰਤੀ ਅਧਿਆਇ 6। ਮੂਰਖ ਹੋਵੇ ਭਾਵੇਂ ਪੜ੍ਹਿਆ ਹੋਵੇ, ਬ੍ਰਾਹਮਣ ਵੱਡਾ ਦੇਵਤਾ ਹੈ। ਜਿਸ ਤਰ੍ਹਾਂ ਮੰਤਰਾਂ ਨਾਲ ਸੰਸਕਾਰ ਕੀਤਾ ਹੋਇਆ, ਚਾਹੇ ਬਿਨਾਂ ਮੰਤਰਾਂ ਹੀ ਅਗਨੀ ਦੇਵਤਾ ਹੈ। ਮਨੂ ਸਿਮਰਤੀ ਅਧਿਆਇ 9। ਬ੍ਰਾਹਮਣ ਜੇ ਚੋਰੀ ਕਰੇ ਤਾਂ ਰਾਜਾ ਉਸ ਨੂੰ ਸਜ਼ਾ ਨਾ ਦੇਵੇ, ਕਿਉਂਕਿ ਰਾਜੇ ਦੀ ਹੀ ਨਲਾਇਕੀ ਕਰਕੇ ਬ੍ਰਾਹਮਣ ਭੁੱਖਾ ਹੋ ਕੇ ਚੋਰੀ ਕਰਦਾ ਹੈ। ਅਧਿਆਇ 77। ਬ੍ਰਾਹਮਣ ਬਦ ਚੱਲਣ ਵੀ ਪੂਜਣ ਯੋਗ ਹੈ, ਸ਼ੂਦਰ ਜਤੇਂਦਰੀ ਵੀ ਪੂਜਣ ਲਾਇਕ ਨਹੀਂ। ਨੋਟ: ਜਾਤੀ ਅਭਿਮਾਨ ਦੀ ਇਹ ਸਿੱਖਿਆ ਮਿਲਣ ਕਰਕੇ ਤੁਲਸੀਦਾਸ ਜਿਹੇ ਭਗਤਾਂ ਨੇ ਵੀ ਆਪਣੇ ਪੁਸਤਕਾਂ ਨੂੰ ਅਜੋਗ ਲੇਖ ਲਿਖ ਕੇ ਕਲੰਕਿਤ ਕਰ ਦਿੱਤਾ ਹੈ। ਜਥਾ ਸੇਵੀਏ ਵਿਪਰ ਗਿਆਨ ਗੁਣਹੀਨਾ, ਸ਼ੂਦਰ ਨਾ ਸੇਵੀਏ ਗਿਆਨ ਪਰਬੀਨਾ। ਕੌਣ ਖੱਟਰ ਗਊ ਨੂੰ ਛੱਡ ਕੇ ਸੁਸ਼ੀਲ ਗਧੀ ਨੂੰ ਚਾਹੁੰਦਾ ਹੈ। ਹਵਾਲਾ ਪਰਾਸਰ ਸੰਹਿਤਾ ਅਧਿਆਇ 6। ਖੇਤੀ ਕਰਨ ਵਾਲਾ ਬ੍ਰਾਹਮਣ ਜਿਤਨੀ ਜ਼ਮੀਨ ਚਾਹੇ ਵਾਹ ਲਵੇ ਔਰ ਕਿਸੇ ਨੂੰ ਮੁਆਮਲਾ ਮਸੂਲ ਕੁਛ ਨਾ ਦੇਵੇ, ਕਿਉਂਕਿ ਸਭ ਚੀਜ਼ਾਂ ਦਾ ਮਾਲਕ ਬ੍ਰਾਹਮਣ ਹੀ ਹੈ। ਬਿਰਹੰਤ ਪਰਾਸਰ ਸੰਹਿਤਾ ਅਧਿਆਇ 3। ਬ੍ਰਾਹਮਣ ਵੇਦ ਵਿਰੁੱਧ ਕਰਮ ਕਰਨ ਕਰਕੇ ਵੀ ਦੋਸ਼ੀ ਨਹੀਂ ਹੁੰਦਾ। ਜਿਸ ਤਰ੍ਹਾਂ ਅਗਨੀ ਸਭ ਪਦਾਰਥਾਂ ਨੂੰ ਭਸਮ ਕਰਦੀ ਹੋਈ ਔਰ ਇਸਤਰੀ ਯਾਰ ਨਾਲ ਭੋਗ ਕਰਕੇ ਵੀ ਦੂਸ਼ਿਤ ਨਹੀਂ ਹੁੰਦੀ। ਬਿਰਹੰਤ ਪਰਾਸਰ ਸੰਹਿਤਾ ਅਧਿਆਇ 2। ਹੁਣ ਬ੍ਰਾਹਮਣ ਦੇ ਮੁਕਾਬਲੇ ਵਿੱਚ ਸ਼ੂਦਰ ਦੀ ਦੁਰਦਸ਼ਾ ਦੇਖੋ। ਸ਼ੂਦਰ ਦੇ ਰਾਜ ਵਿੱਚ ਨਹੀਂ ਵਸਣਾ ਚਾਹੀਏ। ਮਨੂ ਸਿਮਰਤੀ ਅਧਿਆਇ 4। ਸ਼ੂਦਰ ਨੂੰ ਮਤ ਨਾ ਦੇਵੇ, ਹੋਮ ਤੋਂ ਬਚਿਆ ਹੋਇਆ ਅੰਨ ਨਾ ਦੇਵੇ ਔਰ ਸ਼ੂਦਰ ਨੂੰ ਧਰਮ ਦਾ ਉਪਦੇਸ਼ ਨਾ ਕਰੇ। ਮਨੂ ਸਿਮਰਤੀ ਅਧਿਆਇ 4। ਪੈਰਾਂ ਤੋਂ ਜੰਮਿਆ ਹੋਇਆ ਸ਼ੂਦਰ ਜੇ ਬ੍ਰਾਹਮਣ, ਛਤਰੀ, ਵੈਸ਼ ਨੂੰ ਕਠੋਰ ਬਾਣੀ ਬੋਲੇ ਤਾਂ ਰਾਜਾ ਉਸ ਦੀ ਜੀਭ ਕਟਵਾ ਦੇਵੇ। ਮਨੂ ਸਿਮਰਤੀ ਅਧਿਆਇ 8। ਜੇ ਸ਼ੂਦਰ ਦਿਵ ਜਾਤੀਆਂ ਨੂੰ ਨਾਉ ਲੈ ਕੇ ਸਖਤੀ ਨਾਲ ਬੁਲਾਵੇ ਤਾਂ ਉਸ ਦੇ ਮੂੰਹ ਵਿੱਚ 10 ਉਂਗਲ ਲੰਮਾ ਲੋਹੇ ਦਾ ਕਿੱਲਾ ਅੱਗ ਵਰਗਾ ਲਾਲ ਕਰਕੇ ਠੋਕ ਦੇਵੇ। ਜੋ ਸ਼ੂਦਰ ਅਭਿਮਾਨ ਕਰਕੇ ਬ੍ਰਾਹਮਣ ਨੂੰ ਧਰਮ ਦਾ ਉਪਦੇਸ਼ ਕਰੇ ਤਾਂ ਰਾਜਾ ਉਸ ਦੇ ਮੂੰਹ ਔਰ ਕੰਨਾਂ ਵਿੱਚ ਤੱਤਾ ਤੇਲ ਪਵਾ ਦੇਵੇ। ਮਨੂ ਸਿਮਰਤੀ ਅਧਿਆਇ 8। ਸ਼ੂਦਰ ਆਪਣੇ ਜਿਸ ਅੰਗ ਨਾਲ ਦਿਵਜ ਜਾਤੀਆਂ ਨੂੰ ਤਾੜਨਾ ਕਰੇ ਉਸ ਦਾ ਉਹੀ ਅੰਗ ਕਟਵਾ ਦੇਣਾ ਚਾਹੀਏ। ਮਨੂ ਸਿਮਰਤੀ ਅਧਿਆਇ 8। ਸਾਮਰਥ ਹੋ ਕੇ ਵੀ ਸ਼ੂਦਰ ਧਨ ਜਮਾ ਨਾ ਕਰੇ, ਕਿਉਂਕਿ ਸ਼ੂਦਰ ਧਨੀ ਹੋ ਕੇ ਬ੍ਰਾਹਮਣਾਂ ਨੂੰ ਦੁੱਖ ਦੇਣ ਲੱਗ ਜਾਂਦਾ ਹੈ। ਮਨੂ ਸਿਮਰਤੀ ਅਧਿਆਇ 30। ਸ਼ੂਦਰ ਦਾ ਅੰਨ ਲਹੂ ਦੇ ਬਰਾਬਰ ਹੈ
ਔਰ ਜੇ ਸ਼ੂਦਰ ਦਾ ਅੰਨ ਪੇਟ ਵਿੱਚ ਹੁੰਦਿਆਂ ਭੋਗ ਕਰੇ ਤਾਂ ਜੋ ਔਲਾਦ ਪੈਦਾ ਹੋ ਉਹ ਸ਼ੂਦਰ ਹੀ ਸਮਝੀ ਜਾਓ। ਲਘੂ ਅੰਤਰ ਸੰਹਿਤਾ ਅਧਿਆਇ 5। ਜੋ ਸ਼ੂਦਰ ਜਪ ਹੋਮ ਕਰੇ ਰਾਜਾ ਉਸ ਨੂੰ ਮਰਵਾ ਦੇਵੇ। ਅੰਤਰ ਸੰਹਿਤਾ ਇਸੇ ਤਾਲੀਮ ਦਾ ਅਸਰ ਸੀ ਰਾਮਚੰਦਰ ਜੀ ਦੇ ਚਿੱਤ ਪਰ ਐਸਾ ਹੋਇਆ ਕਿ ਇੱਕ ਤਪ ਕਰਦੇ ਹੋਏ ਸ਼ੂਦਰ ਨੂੰ ਮਾਰ ਦਿੱਤਾ, ਜਿਸ ਦਾ ਪ੍ਰਸੰਗ ਇਸ ਤਰ੍ਹਾਂ ਹੈ। ਇੱਕ ਬ੍ਰਾਹਮਣ ਦਾ ਮੁੰਡਾ ਇਸ ਵਾਸਤੇ ਮਰ ਗਿਆ ਕਿ ਸ਼ੂਦਰ ਬਣ ਵਿੱਚ ਤਪ ਕਰ ਰਿਹਾ ਸੀ। ਰਾਮਚੰਦਰ ਜੀ ਨੇ ਬਣ ਵਿੱਚ ਪਹੁੰਚ ਕੇ ਉਸ ਤਪੀਏ ਸ਼ੂਦਰ ਨੂੰ ਪੁੱਛਿਆ, ਤੂੰ ਕੌਣ ਹੈ? ਉਸ ਨੇ ਆਖਿਆ, ਹੇ ਰਾਮ, ਮੈਂ ਸ਼ੰਭੂਕ ਨਾਮਕ ਸ਼ੂਦਰ ਹਾਂ ਔਰ ਸੁਰਗ ਦੀ ਇੱਛਾ ਕਰਕੇ ਤਪ ਕਰ ਰਿਹਾ ਹਾਂ। ਇਤਨੀ ਸੁਣਦੇ ਹੀ ਰਾਮਚੰਦਰ ਜੀ ਨੇ ਮਿਆਨੋਂ ਤਲਵਾਰ ਧੂ ਕੇ ਸ਼ੰਭੂਕ ਦਾ ਸਿਰ ਵੱਢ ਸੁੱਟਿਆ। ਇਸ ਪਰ ਆਕਾਸ਼ ਵਿੱਚ ਸਾਰੇ ਦੇਵਤੇ ਆ ਜਮ੍ਹਾਂ ਹੋਏ ਔਰ ਰਾਮਚੰਦਰ ਜੀ ਪਰ ਫੁੱਲ ਬਰਸਾ ਕੇ ਕਹਿਣ ਲੱਗੇ, ਹੇ ਰਾਮ, ਤੂੰ ਧਨ ਹੈ, ਤੂੰ ਧਨ ਹੈ। ਤੈਂ ਇਹ ਦੇਵਤਿਆਂ ਦਾ ਭਾਰੀ ਕੰਮ ਕੀਤਾ ਹੈ ਔਰ ਵੱਡਾ ਪੁੰਨ ਖੱਟਿਆ ਹੈ ਕਿ ਸੁਰਗ ਵਿੱਚ ਆਉਣ ਦੀ ਇੱਛਾ ਵਾਲੇ ਸ਼ੂਦਰ ਨੂੰ ਵੱਢਿਆ ਹੈ। ਹੁਣ ਜੋ ਤੇਰੀ ਇੱਛਾ ਹੈ ਸਾਥੋਂ ਵਰ ਮੰਗ। ਰਾਮਚੰਦਰ ਜੀ ਨੇ ਆਖਿਆ, ਹੇ ਦੇਵਤਿਓ, ਤੁਸੀਂ ਪ੍ਰਸੰਨ ਹੋ ਤਾਂ ਇਹ ਵਰ ਦਿਓ ਕਿ ਬ੍ਰਾਹਮਣ ਦਾ ਮੁੰਡਾ ਜੀ ਉੱਠੇ। ਦੇਵਤਿਆਂ ਨੇ ਕਿਹਾ, ਹੇ ਰਾਮ, ਉਹ ਤਾਂ ਉਦੋਂ ਹੀ ਜਿਉਂਦਾ ਹੋ ਗਿਆ ਜਦੋਂ ਤੁਸੀਂ ਸ਼ੂਦਰ ਦਾ ਸਿਰ ਵੱਢਿਆ ਹੈ। ਵਾਲਮੀਕ ਰਾਮਾਇਣ ਉੱਤਰਕਾਂਡ ਅਧਿਆਇ 76। ਜੇ ਸ਼ੂਦਰ ਪੰਚ ਗਵੇ ਖੀਵੇ ਤਾਂ ਨਰਕ ਨੂੰ ਚਲਿਆ ਜਾਵੇ। ਵਿਸ਼ਨੂੰ ਸਿਮਰਤੀ ਅਧਿਆਇ 54। ਫੁੱਟਨੋਟ ਲਵੋ ਆਪ ਨੂੰ 5 ਗਵੇ ਦਾ ਨੁਸਖਾ ਦਸੀਏ ਜੋ ਸਾਰੀਆਂ ਅਸ਼ੁੱਧੀਆਂ ਪਰ ਜਾਦੂ ਦਾ ਅਸਰ ਰੱਖਦਾ ਹੈ। ਗੋਬਰ 1 ਮਾਸਾ, ਗੋਮੂਤਰ 2 ਮਾਸੇ, ਘੀ 4 ਮਾਸੇ, ਦੁੱਧ ਅਤੇ ਦਹੀਂ 8 ਮਾਸੇ। ਇਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਨਾਲ 5 ਗਵੇ ਬਣਦਾ ਹੈ। ਅੰਤਰ ਸੰਹਿਤਾ ਜੇ ਖੂਹ ਦਾ ਪਾਣੀ ਅਸ਼ੁੱਧ ਹੋ ਜਾਵੇ ਤਦ ਵੀ ਇਹੋ ਅਸ਼ੁੱਧੀ ਸਫਾਈ ਲਈ ਵਰਤਣੀ ਦੱਸੀ ਹੈ। ਅਭਕਸ਼ ਵਸਤੂ ਖਾ ਕੇ ਵੀ ਸ਼ੁੱਧ ਹੋਣ ਲਈ ਵੀ ਇਹੋ ਮਹਾਨ ਚਮਤਕਾਰੀ ਰਸਾਇਣ ਹੈ। ਸ਼ੂਦਰ ਦਾ ਅੰਨ ਖਾ ਕੇ ਬ੍ਰਾਹਮਣ 7 ਜਨਮ ਕੁੱਤਾ ਹੁੰਦਾ ਹੈ, 9 ਜਨਮ ਸੂਰ ਬਣਦਾ ਹੈ, 8 ਜਨਮ ਗਿਰਜ ਹੁੰਦਾ ਹੈ। ਬ੍ਰਿਧ ਅਤ ਸੰਹਿਤਾ ਅਧਿਆਇ 5। ਜੇ ਸ਼ੂਦਰ ਦਾ ਅੰਨ ਪੇਟ ਵਿੱਚ ਹੋਵੇ ਔਰ ਉਸ ਵੇਲੇ ਬ੍ਰਾਹਮਣ ਮਰ ਜਾਵੇ ਤਾਂ ਪਿੰਡ ਦਾ ਸੂਰ ਜਾਂ ਕੁੱਤਾ ਬਣਦਾ ਹੈ। ਆਪ ਸਤੰਭ ਸਿਮਰਤੀ ਅਧਿਆਇ 8। ਕਪਲਾ ਗਊ ਦਾ ਦੁੱਧ ਪੀਣ ਕਰਕੇ ਔਰ ਵੇਦ ਦਾ ਅੱਖਰ ਵਿਚਾਰਨ ਸ਼ੂਦਰ ਨੂੰ ਜ਼ਰੂਰ ਨਰਕ ਹੁੰਦਾ ਹੈ। ਪਰਾਸਰ ਸੰਹਿਤਾ ਅਧਿਆਇ 2। ਫੁੱਟਨੋਟ ਇਸ ਦੇ ਮੁਕਾਬਲੇ ਵਿੱਚ ਦੇਖੋ ਗੁਰਬਾਣੀ ਕੀ ਆਖਦੀ ਹੈ। ਉਪਦੇਸ਼ 4 ਵਰਨਾ ਕੋ ਸਾਂਝਾ ਔਰ ਉਦਰੇ ਸਿਮਰ ਚੰਡਾਲ ਔਰ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸ਼ੂਦਰ ਨੂੰ ਖਾਣ ਲਈ ਅੰਨ ਭਾਂਡੇ ਵਿੱਚ ਨਹੀਂ ਕਿੰਤੂ ਜ਼ਮੀਨ ਪਰ ਦੇਣਾ ਚਾਹੀਏ, ਕਿਉਂ ਜੋ ਸ਼ੂਦਰ ਅਤੇ ਕੁੱਤਾ ਦੋਵੇਂ ਸਮਾਨ ਹਨ। ਆਪ ਸਤੰਭ ਸਿਮਰਤੀ ਅਧਿਆਇ 9। ਹਿੰਦੂ ਆਪ ਹਿੰਦੂ ਮਤ ਅਨੁਸਾਰ ਸਿੱਖ ਧਰਮ ਵਿੱਚ ਵਰਨਾਂ ਦੀ ਵੰਡ ਨਹੀਂ ਮੰਨਦੇ, ਪਰ ਗੁਰੂ ਨਾਨਕ ਸਾਹਿਬ ਵਰਨ ਮਰਿਆਦਾ ਦੇ ਦੂਰ ਹੋਣ ਪਰ ਸ਼ੋਕ ਕਰਦੇ ਹਨ ਔਰ ਮਲੇਸ਼ ਭਾਸ਼ਾ ਦਾ ਵੀ ਨਿਸ਼ੇਧ ਦੱਸਦੇ ਹਨ। ਜਥਾ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਾਤ ਰਹੀ। ਧਨਾਸਰੀ ਮਹੱਲਾ ਪਹਿਲਾ ਪੰਨਾ 663। ਸਿੱਖ ਪਿਆਰੇ ਹਿੰਦੂ ਜੀ, ਇਹ ਸ਼ਬਦ ਵਿੱਚ ਗੁਰੂ ਸਾਹਿਬ ਦਾ ਇਹ ਭਾਵ ਹੈ ਕਿ ਛਤਰੀ ਜੋ ਸੂਰਬੀਰ ਤੇ ਪਰਜਾ ਦੇ ਰક્ષਕ ਸੇ, ਉਹ ਆਪਣੇ ਧਰਮ ਸ਼ਾਸਤਰਾਂ ਦੇ ਵਿਰੁੱਧ ਲਾਲਚ ਔਰ ਡਰ ਦੇ ਵਸ ਹੋ ਕੇ ਵੇਦ ਸ਼ਾਸਤਰਾਂ ਦੀ ਥਾਂ ਕੁਰਾਨ ਪੜ੍ਹਨ ਲੱਗ ਪਏ ਹਨ ਔਰ ਆਪਣੀ ਮੰਨੀ ਹੋਈ ਦੇਵ ਭਾਸ਼ਾ ਦਾ ਨਿਰਾਦਰ ਕਰਕੇ ਅਰਬੀ ਫਾਰਸੀ ਦੀ ਸ਼ਰਨ ਲੈਂਦੇ ਹਨ ਔਰ ਸਾਰੀ ਸ੍ਰਿਸ਼ਟੀ ਅਰਥਾਤ ਹਿੰਦੁਸਤਾਨ ਦੀ ਪਰਜਾ ਇੱਕ ਵਰਨ ਅਰਥਾਤ ਮੁਸਲਮਾਨ ਹੋ ਗਈ ਹੈ। ਫੁੱਟਨੋਟ ਜੇ ਕੋਈ ਹਿੰਦੂ ਆਖੇ ਕਿ ਤੁਸੀਂ ਹਿੰਦੁਸਤਾਨ ਕਿਉਂ ਆਖਦੇ ਹੋ ਕਿਉਂਕਿ ਤੁਸੀਂ ਹਿੰਦੂ ਨਹੀਂ ਹੋ, ਤਾਂ ਇਸ ਦਾ ਉੱਤਰ ਇਹ ਹੈ ਕਿ ਜੋ ਦੇਸ਼ ਦਾ ਨਾਮ ਮੁਸਲਮਾਨਾਂ ਨੇ ਰੱਖ ਦਿੱਤਾ ਔਰ ਸਾਰੇ ਪ੍ਰਸਿੱਧ ਹੋ ਗਿਆ ਔਰ ਜਿਸ ਨੂੰ ਹਿੰਦੂਆਂ ਨੇ ਆਦਰ ਨਾਲ ਮੰਨ ਲਿਆ, ਉਸ ਦੇ ਵਿਰੁੱਧ ਹੋਰ ਨਾਮ ਕਲਪਨਾ ਅਗਿਆਨ ਹੈ ਔਰ ਦੇਸ਼ ਦੇ ਨਾਮ ਨਾਲ ਧਰਮ ਦਾ ਕੋਈ ਸਬੰਧ ਨਹੀਂ। ਜੇ ਅਸੀਂ ਇਹ ਆਖੀਏ ਕਿ ਅਸੀਂ ਅਫਗਾਨਿਸਤਾਨ ਵਿੱਚ ਰਹਿ ਕੇ ਵੀ ਅਫਗਾਨਿਸਤਾਨ ਨਹੀਂ ਕਹਾਂਗੇ ਕਿਉਂਕਿ ਅਸੀਂ ਅਫਗਾਨ ਨਹੀਂ ਹਾਂ,
ਤਾਂ ਸਾਡੀ ਮੂਰਖਤਾ ਹੈ। ਐਸੇ ਹੀ ਕਾਫਰਸਤਾਨ ਵਿੱਚ ਰਹਿਣ ਕਰਕੇ ਕੋਈ ਕਾਫਰ ਨਹੀਂ ਹੋ ਸਕਦਾ। ਸਿਧਾਂਤ ਗੁਰੂ ਸਾਹਿਬ ਦਾ ਇਹ ਹੈ ਕਿ ਜਿਸ ਦੇਸ਼ ਦੇ ਲੋਕ ਇਖਲਾਕ ਤੋਂ ਡਿੱਗ ਕੇ ਖੁਸ਼ਾਮਦ, ਡਰ ਔਰ ਲਾਲਚ ਪਿੱਛੇ ਆਪਣਾ ਧਰਮ ਹਾਰ ਦਿੰਦੇ ਹਨ, ਉਹ ਮਹਾਂ ਅਧਰਮੀ ਔਰ ਕਮੀਨੇ ਸਮਝੇ ਜਾਂਦੇ ਹਨ। ਜੇ ਗੁਰੂ ਨਾਨਕ ਸਾਹਿਬ ਆਪ ਦੀ ਮੰਨੀ ਮਲੇਸ਼ ਭਾਸ਼ਾ ਦੇ ਵਿਰੁੱਧ ਹੁੰਦੇ ਤਾਂ ਜਕ ਅਰਜ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ। ਤਿਲੰਗ ਮਹੱਲਾ ਪਹਿਲਾ ਪੰਨਾ 721। ਇਤ ਆਦਿਕ ਸ਼ਬਦ ਨਾ ਉਚਾਰਦੇ। ਫੁੱਟਨੋਟ: ਇੱਕ ਪਰਪੰਚੀ ਸਿੱਖ ਨੇ ਸਾਖੀ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਹੁਕਮ ਦਿੰਦੇ ਹਨ ਕਿ ਮੇਰਾ ਸਿੱਖ ਫਾਰਸੀ ਨਾ ਪੜ੍ਹੇ, ਪਰ ਉਸ ਨੇ ਇਹ ਨਹੀਂ ਸੋਚਿਆ ਕਿ ਜਫਰਨਾਮਾ ਦੇ ਕਰਤਾ ਔਰ ਭਾਈ ਨੰਦ ਲਾਲ ਜੀ ਦੀ ਫਾਰਸੀ ਕਵਿਤਾ ਨੂੰ ਸਨਮਾਨ ਦੇਣ ਵਾਲੇ ਕਲਗੀਧਰ ਸੁਆਮੀ ਜੇ ਅਰਬੀ ਫਾਰਸੀ ਨੂੰ ਮਲੇਸ਼ ਭਾਸ਼ਾ ਮੰਨਦੇ ਤਾਂ ਖਾਲਸਾ ਫਤਿਹ, ਦੇਗ ਤੇਗ ਔਰ ਦਸਤਾਰ ਆਦਿਕ ਪਦ ਕਦੇ ਨਾ ਵਰਤਦੇ। ਅਜਿਹੇ ਪ੍ਰਸੰਗ ਸਾਖੀਆਂ ਵਿੱਚ ਦਰਜ ਹੋਣ ਦਾ ਕਾਰਨ ਇਹ ਹੈ ਕਿ ਜਦ ਪੰਜਾਬ ਵਿੱਚ ਸਿੱਖਾਂ ਦਾ ਰਾਜ ਪ੍ਰਾਪਤ ਹੋਇਆ ਤਾਂ ਉਸ ਵੇਲੇ ਅਨਮਤੀਆਂ ਨੇ ਸਿੱਖਾਂ ਨੂੰ ਬੁੱਧੂ ਰੱਖਣ ਵਾਸਤੇ ਔਰ ਸਾਰੇ ਕੰਮ ਸदैव ਆਪਣੇ ਹੱਥ ਰੱਖਣ ਲਈ ਗੁਰੂ ਸਾਹਿਬ ਦੇ ਇਹੋ ਜਿਹੇ ਬਚਨ ਪ੍ਰਗਟ ਕੀਤੇ ਔਰ ਸਿੱਖਾਂ ਨੂੰ ਇਹ ਵੀ ਸਮਝਾਇਆ ਕਿ ਪੜ੍ਹਨਾ ਤਾਂ ਮੁਨਸ਼ੀ ਮਜ਼ਦੂਰਾਂ ਦਾ ਕੰਮ ਹੈ, ਆਪ ਦਾ ਕੰਮ ਸਾਡੇ ਪਰ ਹਕੂਮਤ ਕਰਨਾ ਹੈ। ਅਸੀਂ ਆਪ ਦੇ ਨੌਕਰ, ਲਿਖਣ ਪੜ੍ਹਨ ਨੂੰ ਥੋੜ੍ਹੇ ਹਾਂ। ਆਪ ਜੋ ਹੁਕਮ ਕਰੋ ਉਸ ਦੀ ਤਾਮੀਲ ਕਰਨ ਨੂੰ ਹਰ ਵੇਲੇ ਤਿਆਰ ਹਾਂ। ਇਸ ਉਪਦੇਸ਼ ਦਾ ਪੰਜਾਬ ਵਿੱਚ ਅਜਿਹਾ ਅਸਰ ਫੈਲਿਆ ਕਿ ਸਿੱਖ ਸਰਦਾਰਾਂ ਦੇ ਬੇਟੇ ਸਭ ਨਿਰੱਖਰ ਰਹਿ ਗਏ ਔਰ ਰਾਜ ਦਾ ਪ੍ਰਬੰਧ ਉਹਨਾਂ ਦੇ ਹੱਥ ਚਲਿਆ ਗਿਆ, ਜੋ ਸਿੱਖ ਧਰਮ ਨੂੰ ਪੰਜਾਬ ਵਿੱਚ ਦੇਖਣਾ ਨਹੀਂ ਚਾਹੁੰਦੇ ਸਨ। ਔਰ ਇਹਨਾਂ ਚਲਾਕ ਆਦਮੀਆਂ ਨੇ ਕੇਵਲ ਨੀਤੀ ਪ੍ਰਬੰਧ ਹੀ ਆਪਣੇ ਹੱਥ ਵਿੱਚ ਨਹੀਂ ਲਿਆ, ਸਗੋਂ ਸਿੱਖਾਂ ਦੇ ਧਾਰਮਿਕ ਨਿਯਮਾਂ ਵਿੱਚ ਵੀ ਅਜਿਹੀ ਗੜਬੜ ਕੀਤੀ ਕਿ ਅੱਜ ਤੋੜੀ ਪੂਰਾ ਸੁਧਾਰ ਨਹੀਂ ਹੋ ਸਕਿਆ। ਔਰ ਜੇ ਆਪ ਦੀ ਮੰਨੀ ਹੋਈ ਵਰਨ ਮਰਯਾਦਾ ਦੇ ਵਿਸ਼ਵਾਸੀ ਹੁੰਦੇ ਤਾਂ ਸਿੱਖ ਧਰਮ ਵਿੱਚ 4 ਵਰਨ 1 ਵਰਨ ਕਰਾਇਆ ਭਾਈ ਗੁਰਦਾਸ ਵਾਰ ਨੰਬਰ 1 ਅਮਲ ਨਾ ਕਰਦੇ। ਮੇਰੇ ਪ੍ਰੇਮੀ ਹਿੰਦੂ ਭਾਈ, ਗੁਰੂ ਸਾਹਿਬ ਕਿਤੇ ਜਾਤੀ ਵਰਨ ਦੇ ਪੱਖਪਾਤੀ ਨਹੀਂ ਸਨ। ਉਹ ਸਭ ਸੰਸਾਰ ਦੇ ਜੀਵਾਂ ਨੂੰ ਏਕ ਪਿਤਾ ਏਕਸ ਕੇ ਹਮ ਬਾਰਿਕ। ਸੋਰਠ ਮਹੱਲਾ ਪੰਜਵਾਂ ਪੰਨਾ 611। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਗੌੜੀ ਸੁਖਮਣੀ ਮਹੱਲਾ ਪੰਜਵਾਂ ਪੰਨਾ 268 ਜਾਣਦੇ ਸਨ। ਲਓ ਤੁਹਾਨੂੰ ਜਾਤੀ ਦੇ ਵਿਸ਼ੇ ਉੱਤੇ ਸਤਿਗੁਰਾਂ ਦੇ ਪਵਿੱਤਰ ਬਚਨ ਸੁਣਾਈਏ। ਫੱਕੜ ਜਾਤੀ ਫੱਕੜ ਨਾਉ ਸਭਨਾ ਜੀਆਂ ਇੱਕਾ ਛਾਉ। ਵਾਰ ਸ੍ਰੀ ਰਾਗ ਮਹੱਲਾ ਪਹਿਲਾ ਪੰਨਾ 83। ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਆਸਾ ਮਹੱਲਾ ਪਹਿਲਾ ਪੰਨਾ 349। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ। ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ। ਵਾਰ ਆਸਾ ਮਹੱਲਾ ਪਹਿਲਾ ਪੰਨਾ 469। ਜਾਤ ਜਨਮ ਨ ਪੁੱਛੀਏ, ਸੱਚ ਕਰ ਲਹੁ ਬਤਾਏ। ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਪ੍ਰਭਾਤੀ ਮਹੱਲਾ ਪਹਿਲਾ ਪੰਨਾ 1330। ਨਾਮਾ ਸ਼ੀਂਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ। ਬ੍ਰਹਮ ਕੇ ਬੇਤੇ ਸ਼ਬਦ ਪਛਾਣੇ, ਹਉਮੈ ਜਾਤ ਗਵਾਈ। ਸ੍ਰੀ ਰਾਗ ਮਹੱਲਾ ਤੀਜਾ ਪੰਨਾ 67। ਅੱਗੇ ਜਾਤ ਰੂਪ ਨਾ ਜਾਏ, ਤੇਹਾ ਹੋਵੈ ਜਿਹੇ ਕਰਮ ਕਮਾਏ। ਆਸਾ ਮਹੱਲਾ ਤੀਜਾ ਪੰਨਾ 363। ਅੱਗੇ ਜਾਤ ਨਾ ਪੁੱਛੀਐ, ਕਰਨੀ ਸ਼ਬਦ ਹੈ ਸਾਰ। ਵਾਰੂ ਮਾਰ ਮਹੱਲਾ ਤੀਜਾ ਪੰਨਾ 1094। ਹਮਰੀ ਜਾਤ ਪਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕੇ। ਸੋਹੀ ਮਹੱਲਾ ਚੌਥਾ ਪੰਨਾ 731। ਫੁੱਟਨੋਟ: ਜਾਤੀ ਦੇ ਨਾਲ ਜਦ ਪੱਪੇ ਕੰਨਾ ਤੱਤੇ ਸਿਆਰੀ ਪਤ ਪੰਕਤੀ ਸ਼ਬਦ ਆਉਂਦਾ ਹੈ ਤਾਂ ਗੋਤ ਦਾ ਬੁੱਧਕ ਹੁੰਦਾ ਹੈ। ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਮੇ ਬਾਝ ਸਨਾਤ। ਆਸਾ ਮਹੱਲਾ ਪਹਿਲਾ ਪੰਨਾ ਨੰਬਰ 10। ਭਗਤ ਰਤੇ ਸੇ ਉਤਮਾ, ਜਾਤ ਪਤ ਸ਼ਬਦੇ ਹੋਏ। ਬਿਨ ਨਾਮੇ ਸਭ ਨੀਚ ਜਾਤ ਹੈ, ਬਿਸ਼ਟਾ ਕਾ ਕੀੜਾ ਹੋਏ। ਆਸਾ ਮਹੱਲਾ ਤੀਜਾ ਪੰਨਾ 426।
पतत पवित्र लिए कर अपने, सगल करत नमस्कारो। वर्ण जात को पूछै नाही, बाछै चरण रवारो। गुजरी महला पंजवा, पन्ना 498। जात का गर्भ न करियो कोई, ब्रह्म बिंदे सो ब्राह्मण होई। पंच तत् मिल देही का आकारा, घट वध को करे विचार। भैरो महला तीजा, पन्ना 1127। गर्भवास में कोल नहीं जाती, ब्रह्म बिंद ते सब उत्पाती। कहो रे पंडित, बामन कब के होए। बामन कह कह जन्म मत खोए रहा। जो तो ब्राह्मण ब्राह्मणी जाया, तो आन बाट काहे नहीं आया। तुम कत ब्राह्मण हम कत शूद। गौड़ी कबीर, पन्ना 324। हिंदू तुर्क को राफजी इमाम साफी। मानस की जात सब एक पहचानबो। एक नैन एक कान, एक देह एक थान। खाक बाद आतश औ आव को रलाऊ है। अकाल उस्तत के भांडा ना विचारिए, भगतां जात सनात न काई। भाई गुरदास, वार नंबर 25। वर्ण जात को दूर धर, ऐसो सिख सो लाख। गुरप्रताप सूरज, रुत पंजवी। जात वर्ण की कान तज, मिले खालसे संग। गुरबाणी सो प्रेम कर, मन रूप गूढ़ा रंग। गुरप्रताप सूरज। प्यारे हिंदू भाई ਸਾਹਿਬ, ਸਾਡੇ ਸਤਿਗੁਰਾਂ ਨੇ ਜਨਮ ਤੋਂ ਜਾਤੀ ਨਾ ਮੰਨ ਕੇ ਵਰਨਾਂ ਨੂੰ ਇੱਕ ਕਰ ਦਿੱਤਾ। ਦੇਖੋ ਪ੍ਰਮਾਣ। 4 ਵਰਨ ਇੱਕ ਵਰਨ ਕਰਾਇਆ। ਭਾਈ ਗੁਰਦਾਸ, ਵਾਰ ਨੰਬਰ 1। 4 ਵਰਨ ਇੱਕ ਵਰਨ ਕਰ, ਵਰਨ ਅਵਰਨ ਤਮੋਲ ਗੁਲਾਲੇ। ਅਸ਼ਟ ਧਾਤ ਇੱਕ ਧਾਤ ਕਰ, ਵੇਦ ਕਤੇਬ ਨ ਭੇਦ ਵਿਚਾਲੇ। ਭਾਈ ਗੁਰਦਾਸ, ਵਾਰ ਨੰਬਰ 11। 4 ਵਰਨ 4 ਮਜ਼ਹਬਾਂ, ਚਰਨ ਕਵਲ ਸ਼ਰਨਾਗਤ ਆਇਆ। ਪਾਰਸ ਪਰਸ ਅਪਰਸ ਜਗ, ਅਸ਼ਟ ਧਾਤ ਇੱਕ ਧਾਤ ਕਰਾਇਆ। ਹੁਕਮ ਰਜਾਈ ਚਲਣਾ, ਗੁਰਮੁਖ ਗਾਡੀ ਰਾਹ ਚਲਾਇਆ। ਭਾਈ ਗੁਰਦਾਸ, ਵਾਰ ਨੰਬਰ 12। 4 ਵਰਨ ਇੱਕ ਵਰਨ ਹੋਏ, ਗੁਰਸਿੱਖ ਵੜੀਅਨ ਸਨਮੁਖ ਗੋਤੇ। ਸਾਧ ਸੰਗਤ ਮਿਲ ਦਾਦੇ ਪੋਤੇ। ਭਾਈ ਗੁਰਦਾਸ, ਵਾਰ ਨੰਬਰ 29। ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ। ਘਰ ਘਰ ਬਾਬਾ ਗਾਵੀਐ, ਵਜਨ ਤਾਲ ਮਿਰਦੰਗਰ ਬਾਬਾ। 4 ਵਰਨ ਇੱਕ ਵਰਨ ਹੋਏ, ਸਾਧ ਸੰਗਤ ਮਿਲ ਹੋਏ ਤਰਾਬਾ। ਚੰਦਨ ਵਾਸ ਵਨਸਪਤ, ਅਵਲ ਦੋਮ ਨ ਸੇਮ ਖਰਾਬਾ। ਭਾਈ ਗੁਰਦਾਸ, ਵਾਰ ਨੰਬਰ 24। ਫੁੱਟਨੋਟ: ਗੁਰੂ ਸਾਹਿਬ ਨੇ 4 ਵਰਨਾਂ ਨੂੰ ਇੱਕ ਕਰਕੇ ਨਵਾਂ ਸਿੱਖ ਧਰਮ ਵਾਹਿਗੁਰੂ ਦਾ ਲਾਲ ਕਿਸ ਤਰ੍ਹਾਂ ਬਣਾ ਦਿੱਤਾ। ਇਸ ਪਰ ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦਿੰਦੇ ਹਨ ਕਿ ਜਿਸ ਤਰ੍ਹਾਂ ਪਾਨ, ਚੂਨਾ, ਕੱਥ, ਸੁਪਾਰੀ ਇਹਨਾਂ ਨੂੰ ਇਕੱਠਾ ਕਰਕੇ ਨਾਲ ਸੁਰਖ ਰੰਗ ਪ੍ਰਗਟ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਕੇਵਲ 4 ਵਰਨ ਹੀ ਇੱਕ ਨਹੀਂ ਕੀਤੇ, ਸਗੋਂ ਅਸ਼ਟ ਧਾਤੂ, 4 ਮਜ਼ਹਬ ਅਤੇ 4 ਵਰਨ ਅਭੇਦ ਕਰ ਦਿੱਤੇ। ਔਰ ਉਹਨਾਂ ਵਿੱਚ ਭੇਦ ਕਰਨ ਵਾਲੇ ਜੋ ਵੇਦ ਔਰ ਕੁਰਾਨ ਆਦਿਕ ਪੁਸਤਕ ਸਨ, ਉਹਨਾਂ ਨੂੰ ਕਿਨਾਰੇ ਕਰਕੇ ਗੁਰਬਾਣੀ ਦੁਆਰਾ ਇਹ ਨਿਸ਼ਚਾ ਕਰਵਾ ਦਿੱਤਾ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪ੍ਰਭਾਤੀ ਕਬੀਰ, ਪੰਨਾ 1349। ਇਸੇ ਵਿਸ਼ੇ ਆਪ ਨੂੰ ਇੱਕ ਇਤਿਹਾਸਕ ਪ੍ਰਸੰਗ ਸੁਣਾਉਂਦੇ ਹਾਂ। ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਅਗਿਆਨੀ ਲੋਕ ਸਿੱਖਾਂ ਵਿੱਚ ਜਾਤੀ ਵਰਨ ਆਦਿਕ ਭੇਦ ਦੂਰ ਹੋਇਆ ਦੇਖ ਕੇ ਬਾਦਸ਼ਾਹ ਅਕਬਰ ਪਾਸ ਸ਼ਿਕਾਇਤ ਹੋਏ ਸੇ। ਫੁੱਟਨੋਟ: ਸਹਿਜਧਾਰੀ ਸਿੱਖਾਂ ਨੂੰ ਜੋ ਸਾਨੂੰ ਪਰਮ ਪਿਆਰੇ ਔਰ ਸਾਡਾ ਅੰਗ ਹਨ, ਅਜਿਹੇ ਪ੍ਰਸੰਗ ਪੜ੍ਹ ਕੇ ਨਿਸ਼ਚਾ ਕਰਨਾ ਲੋੜੀਏ ਕਿ ਸਤਿਗੁਰੂ ਦੇ ਸਿੱਖ ਮੁੱਢ ਤੋਂ ਹੀ ਨਿਰੋਲ ਨਿਰਮਲ ਖਾਲਸ ਰਹੇ ਹਨ। ਇਸ ਦਾ ਜ਼ਿਕਰ ਗੁਰਪ੍ਰਤਾਪ ਸੂਰਜ ਦੀ ਪਹਿਲੀ ਰਾਸ ਦੇ 43ਵੇਂ ਅੰਸੂ ਵਿੱਚ ਇਸ ਤਰ੍ਹਾਂ ਹੈ। ਪੰਥ ਨਵੀਨ ਪ੍ਰਕਾਸ਼ਨ ਕਰਿਓ, ਭੇਦ ਵਰਨ ਜਾਤੀ ਪਰ ਹਰਿਓ। ਚਤੁਰ ਵਰਨ ਇੱਕ ਦੇਗ ਆਹਾਰਾ, ਇੱਕ ਸਮ ਸੇਵੇਂ ਧਰ ਉਰ ਪਿਆਰਾ। ਸੁਣ ਖੱਤਰੀ ਦਿਵਿਜ ਗਨ ਅਗਿਆਨੀ, ਪਰਮ ਅਭਗਤ ਜਾਤ ਅਭਿਮਾਨੀ। ਇੱਕ ਦਿਨ ਮਿਲ ਸਭ ਮਸਲਤ ਕਰੀ, ਇਹ ਤੋ ਰੀਤ ਬੁਰੀ ਜਗ ਪਰੀ। ਅਬ ਦਿਵਿਜ ਕੋ ਨਹਿ ਮਾਨੈ ਕੋਏ, ਖੱਤਰੀ ਧਰਮ ਨਸ਼ਟ ਸਭ ਹੋਏ। ਚਤੁਰ ਵਰਨ ਕੋ ਇਕ ਮਤ ਕਰਿਓ, ਭ੍ਰਿਸ਼ਟ ਹੋਏ ਜਗ ਧਰਮ ਪਰ ਹਰਿਓ। ਇਕ ਥਲ ਭੋਜਨ ਸਭ ਕੋ ਖਾਈ,
शंकर बरन प्रजा अब भई, देव पितर की मनता छोरी, सब मर्याद जगत की तोरी। लवपुर गए फिरांदी सारे, ढिग अकबर के जाए पुकारे। गोइंदवाल अमर गुर होवा, भेद बरन चारों का खोवा। राम गायत्री मंत्र न जापै, वाहिगुरु की थापन थपै। सुस्तर सिमरत के राह न चाले, मन को मात कर भये निराले। फुटनोट, कई ਅਨਮਤੀ ਆਖਦੇ ਹਨ ਕਿ ਗੁਰੂ ਰਾਮਦਾਸ ਜੀ ਨੇ ਬਾਦਸ਼ਾਹ ਅਕਬਰ ਦੀ ਸਭਾ ਵਿੱਚ ਗਾਇਤਰੀ ਦਾ ਪਾਠ ਕੀਤਾ। ਇਸ ਕਰਕੇ ਗੁਰੂ ਸਾਹਿਬ ਗਾਇਤਰੀ ਭਗਤ ਸਨ, ਪਰ ਉਹ ਇਹ ਨਹੀਂ ਸੋਚਦੇ ਕਿ ਜੇ ਗੁਰੂ ਜੀ ਗਾਇਤਰੀ ਨੂੰ ਹਿੰਦੂਆਂ ਦੀ ਤਰ੍ਹਾਂ ਗੁਰਮੰਤਰ ਮੰਨਦੇ ਤਾਂ ਕਦੇ ਅਕਬਰ ਦੇ ਸਾਹਮਣੇ ਉਚਾਰ ਨਾ ਕਰਦੇ ਔਰ ਆਪਣੇ ਸਿੱਖਾਂ ਵਿੱਚ ਜ਼ਰੂਰ ਗਾਇਤਰੀ ਦਾ ਪ੍ਰਚਾਰ ਕਰਦੇ। ਕੇਵਲ ਗਾਇਤਰੀ ਅਥਾ ਵੇਦਾਂ ਦਾ ਗਿਆਤਾ ਹੋਣ ਕਰਕੇ ਕੋਈ ਪੁਰਸ਼ ਹਿੰਦੂ ਨਹੀਂ ਹੋ ਸਕਦਾ ਜਦ ਤੋੜੀ ਉਹ ਇਹਨਾਂ ਦਾ ਸ਼ਰਧਾਲੂ ਨਾ ਹੋਵੇ। ਇਸੇ ਤਰ੍ਹਾਂ ਜੇ ਕੋਈ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਇਹ ਤੁਕ ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਵਾ ਜਹਾਨਾ ਪੜ੍ਹ ਕੇ ਆਖੇ ਕਿ ਗੁਰੂ ਨਾਨਕ ਸਾਹਿਬ ਮੁਸਲਮਾਨ ਸਨ ਤਾਂ ਉਸ ਦੀ ਮੂਰਖਤਾ ਹੈ। ਦਵਿਜਾਂ ਦਾ ਮੁੱਖ ਸੰਸਕਾਰ ਜਨੇਊ ਧਾਰਨ ਕਰਨਾ ਹੈ, ਸੋ ਉਸ ਬਾਬਤ ਸਤਿਗੁਰ ਦੇ ਇਹ ਬਚਨ, ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ, ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ। ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ, ਉਹ ਮੋਆ ਉਹ ਚੜ ਪਿਆ ਵੇ ਤੱਗਾ ਗਿਆ। ਵੇ ਤੱਗਾ ਆਪੇ ਵਤੇ, ਵਟ ਧਾਗੇ ਅਵਰਾਂ ਕਤੈ, ਲੈ ਪਹਾੜ ਕਰੇ ਵਿਆ। ਕੱਢ ਕਾਗਲ ਦਸੇਰਾ, ਸੁਣ ਵੇਖੋ ਲੋਕਾ ਇਹ ਵਿਡਾਣ। ਮਨ ਅੰਧਾ ਨਾਉ ਸੁਜਾਨ, ਵਾਰ ਆਸਾ ਮਹੱਲਾ ਪਹਿਲਾ। ਫੁੱਟਨੋਟ, ਜਦ ਸਤਿਗੁਰਾਂ ਨੂੰ ਪ੍ਰੋਹਤ ਜਨੇਊ ਪਹਿਰਾਉਣ ਲੱਗਾ ਤਦ ਗੁਰੂ ਨਾਨਕ ਦੇਵ ਸਵਾਮੀ ਨੇ ਇਹ ਸ਼ਬਦ ਉਚਾਰਿਆ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਰਯੰਤ ਕਿਸੇ ਸਤਿਗੁਰ ਨੇ ਜਨੇਊ ਨਹੀਂ ਪਹਿਰਿਆ। ਕਿਤਨੇ ਕੋ ਸਿੱਖਾਂ ਨੇ ਕੁਸੰਗਤ ਦੇ ਕਾਰਨ ਗੁਰਬਾਣੀ ਦਾ ਭਾਵ ਸਮਝੇ ਬਿਨਾਂ ਅਨੇਕ ਝੂਠੀਆਂ ਸਾਖੀਆਂ ਬਣਾ ਕੱਢੀਆਂ ਹਨ, ਜੋ ਗੁਰੂ ਆਸ਼ੇ ਤੋਂ ਵਿਰੁੱਧ ਹੋਣ ਕਰਕੇ ਮੰਨਣ ਯੋਗ ਨਹੀਂ ਹਨ। ਇਹ ਸ਼ਰਤੀਆ ਕਲਮਾ ਹੈ, ਜਿਸ ਦਾ ਅਰਥ ਇਹ ਹੈ ਕਿ ਜੇ ਤੇਰੇ ਪਾਸ ਜਨੇਊ ਹੈ ਤਾਂ ਪਾ ਦੇ, ਨਹੀਂ ਤਾਂ ਸੂਤ ਦਾ ਜਨੇਊ ਅਸੀਂ ਨਹੀਂ ਪਹਿਰਣਾ। ਪਹਾੜੀ ਰਾਜਿਆਂ ਨੂੰ 10ਵੇਂ ਗੁਰੂ ਸਾਹਿਬ ਨੇ ਸਿੰਘ ਸੱਜਣ ਲਈ ਇਹ ਉਪਦੇਸ਼ ਦਿੱਤਾ, ਝੂਠੇ ਜੰਜੂ ਜਤਨ ਤਿਆਗੋ, ਖੜਗ ਧਾਰ ਅਸ ਜੁਧ ਪੱਗ ਲਾਗੋ। ਵਿਖਿਆ ਕਰਿਆ ਭੱਦਣ ਤਿਆਗੋ, ਜਟਾ ਜੂਟ ਰਹਿਬੋ ਅਨੁਰਾਗੋ। ਇਸ ਦੇ ਉੱਤਰ ਵਿੱਚ ਰਾਜਿਆਂ ਨੇ ਆਖਿਆ, ਇਹ ਤੋਂ ਰਹਿਤ ਕਠਨ ਨਹਿ ਹੋਈ, ਚਾਰ ਵਰਨ ਸੋ ਕਰੈ ਰਸੋਈ। ਵੇਦ ਲੋਕ ਮਤ ਸਰਬ ਤਿਆਗੀ, ਸਿਰੀ ਅਸ ਤੁਝ ਕੇ ਹੈ ਅਨੁਰਾਗੀ। द्विज खत्री पुतान के जंजू धर्म तुराए, लै भोजन एक ठां कियो, बूढ़ी बात बनाए। पूजा मंत्र क्रिया शुभ कर्मा, ए हम ते छूटत नह धर्मा। प्रेत दंड देवन के कामा, कत छूटत हम से अबरामा। गुरबिलास पातशाही 10वीं कृत सोखा सिंह अध्याय 11वां। गुरु का सिंह जंजू टिक्के दी काण ना करे। ਰਹਿਤਨਾਮਾ ਭਾਈ ਚੌਪਾ ਸਿੰਘ। ਜਨੇਊ ਪਾ ਕੇ ਵਿਵਾਹ ਸਰਾਧ ਪਿੰਡ ਆਦਿਕ ਨਾ ਕਰੇ, ਸਭ ਜਗਤ ਗੁਰੂ ਕੀ ਮਰਜ਼ਾਦਾ ਅਰਦਾਸ ਸੇ ਕਰੇ। ਰਹਿਤਨਾਮਾ ਭਾਈ ਦਇਆ ਸਿੰਘ। ਫੁੱਟਨੋਟ, ਭਾਈ ਦਇਆ ਸਿੰਘ ਜੀ ਨੂੰ ਇਹ ਲਿਖਣ ਦੀ ਤਾਂ ਲੋੜ ਪਈ ਕਿ ਹਿੰਦੂ ਲੋਕ ਸਿੱਖਾਂ ਨੂੰ ਦੇਵ ਔਰ ਪਿੱਤਰ ਕਰਮ ਲਈ ਪ੍ਰੇਰਦੇ ਰਹਿੰਦੇ ਸਨ, ਔਰ ਕਈ ਅਗਿਆਨੀ ਜੋ ਧੱਕੇ ਚੜ੍ਹ ਜਾਂਦੇ ਉਹਨਾਂ ਦੇ ਜਨੇਊ ਪਾ ਕੇ ਔਰ ਸਿੱਖੀ ਦੇ ਚਿੰਨ੍ਹ ਉਤਾਰ ਕੇ ਸ਼ਰਾਧ ਆਦਿਕ ਕਰਮ ਕਰਵਾਉਂਦੇ ਸਨ, ਜਿਹਾ ਕਿ ਹੁਣ ਵੀ ਕਈ 1-9 ਤਰੀਕ ਸਿੱਖਾਂ ਨਾਲ ਵਰਤਾਓ ਹੁੰਦਾ ਹੈ, ਖਾਸ ਕਰਕੇ ਗਿਆ ਆਦਿਕ ਤੀਰਥਾਂ ਉੱਪਰ। ਹਿੰਦੂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਲਾਲੋ ਤਰਖਾਣ ਦੇ ਘਰ ਗਏ ਤਾਂ ਲਾਲੋ ਨੇ ਉਹਨਾਂ ਦੇ ਗਲ ਜਨੇਊ ਦੇਖ ਕੇ ਆਖਿਆ, ਮਹਾਰਾਜ ਮੈਂ ਚੌਂਕਾ ਪਾ ਦਿੰਦਾ ਹਾਂ, ਆਪ ਆਪਣੇ ਹੱਥੀਂ ਪ੍ਰਸ਼ਾਦ ਬਣਾ ਲਓ। ਮੈਂ ਸ਼ੂਦਰ ਹੋਣ ਕਰਕੇ ਆਪ ਲਈ ਪ੍ਰਸ਼ਾਦ ਨਹੀਂ ਪਕਾ ਸਕਦਾ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਭਾਈ ਲਾਲੋ ਸਾਰੀ ਜ਼ਮੀਨ ਹੀ ਚੌਂਕਾ ਹੈ, ਪ੍ਰਸ਼ਾਦ ਤਿਆਰ ਕਰਕੇ ਲੈ ਆ, ਕੁਛ ਭਰਮ ਨਾ ਕਰ।
ਇਸ ਪ੍ਰਸੰਗ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ ਦੇ ਗਲ ਜਨੇਊ ਸੀ। ਸਿੱਖ ਪਿਆਰੇ ਭਾਈ, ਪਹਿਲਾਂ ਤਾਂ ਗੁਰਾਂ ਦੇ ਗਲ ਜਨੇਊ ਦਾ ਹੋਣਾ ਗੁਰਬਾਣੀ ਦੇ ਵਿਰੁੱਧ ਹੈ। ਭਲਾ ਜੇ ਤੇਰੇ ਆਖੇ ਇਸ ਪ੍ਰਮਾਣ ਤੋਂ ਜਨੇਊ ਦਾ ਹੋਣਾ ਸੱਚ ਮੰਨ ਲਈਏ ਤਾਂ ਇਸ ਤੋਂ ਜਨੇਊ ਇੱਕ ਪ੍ਰਕਾਰ ਦਾ ਠੱਠਾ ਮਖੌਲ ਸਿੱਧ ਹੁੰਦਾ ਹੈ ਔਰ ਜਾਤੀ ਵਰਨ ਦੀ ਰੀਤੀ ਪਰ ਚੌਂਕਾ ਪੈਂਦਾ ਹੈ। ਕਿਆ ਆਪ ਦੇ ਮਤ ਵਿੱਚ ਜਨੇਊ ਪਹਿਨ ਕੇ ਬਿਨਾਂ ਚੌਂਕੇ ਪਾਏ ਔਰ ਸ਼ੂਦਰ ਦਾ ਪੱਕਿਆ ਅੰਨ ਖਾਣ ਵਿਧਾਨ ਹੈ? ਔਰ ਜੇ ਇਸ ਤਰ੍ਹਾਂ ਦੇ ਜਨੇਊ ਨਾਲ ਗੁਰੂ ਨਾਨਕ ਦੇਵ ਹਿੰਦੂ ਹੋ ਸਕਦੇ ਹਨ ਤਾਂ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਇਸ ਬਾਣੀ ਅਨੁਸਾਰ ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ, ਕੂਜਾਂ ਵਾਂਗ ਮੁਸੱਲਾ ਧਾਰੀ ਮੁਸਲਮਾਨ ਹੋਣਗੇ। ਹਿੰਦੂ ਗੁਰੂ ਗ੍ਰੰਥ ਸਾਹਿਬ ਦੇ ਇਹ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜਨੇਊ ਰੱਖਦੇ ਸਨ। ਖੱਲੜੀ ਖੱਪਰੀ ਲੱਕੜੀ ਚਮੜੀ, ਸਿੱਖਾ ਸੂਤ ਧੋਤੀ ਕੀਨੀ। ਆਸਾ ਮਹੱਲਾ ਪਹਿਲਾ, ਪੰਨਾ 358। ਸਿੱਖ ਪਿਆਰੇ ਸੱਜਣ ਜੀ, ਇਹ ਸ਼ਬਦ ਤੋਂ ਜਨੇਊ ਸਿੱਧ ਨਹੀਂ ਹੁੰਦਾ, ਸਗੋਂ ਜਨੇਊ ਦੀ ਮਹਿਮਾ ਘਟਦੀ ਹੈ। ਆਪ ਸਾਰਾ ਸ਼ਬਦ ਧਿਆਨ ਦੇ ਕੇ ਸੁਣੋ। ਦੇਵਤਿਆਂ ਦਰਸ਼ਨ ਕੈ ਤਾਈ, ਦੂਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮਹਿ ਰਹਤੇ, ਕਰ ਕਰ ਭਗਵੇਂ ਭੇਖ ਭਏ, ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੇਤੇ ਰਹਾਓ। ਦਰ ਕਰ ਮਹਿਲਾਂ ਹਸਤੀ ਘੋੜੇ, ਛੋੜ ਵਲਾਇਤ ਦੇਸ਼ ਗਏ, ਪੀਰ ਪੈਗੰਬਰ ਸਾਲਕ ਸਾਦਿਕ, ਛੋਡੀ ਦੁਨੀਆ ਥਾਏ ਪਏ, ਸਾਧ ਸਹਿਜ ਸੁਖ ਰਸ ਕਸ ਤਜੀ ਲੈ, ਕਾਪੜ ਛੋਡੇ ਚਮੜ ਲਿਏ, ਦੁਖੀਏ ਦਰਦਵੰਦ ਦਰ ਤੇਰਾ, ਨਾਮ ਰਤੇ ਦਰਵੇਸ਼ ਭਏ, ਖੱਲੜੀ ਖੱਪਰੀ ਲੱਕੜੀ ਚਮੜੀ, ਸਿੱਖਾ ਸੂਤ ਧੋਤੀ ਕੀਨੀ, ਤੂੰ ਸਾਹਿਬ ਹਉ ਸਾਂਗੀ ਤੇਰਾ, ਪਰਵੇਂ ਨਾਨਕ ਜਾਤ ਕੈਸੀ। ਆਸਾ ਮਹੱਲਾ ਪਹਿਲਾ, ਪੰਨਾ 358। ਇਸ ਸ਼ਬਦ ਵਿੱਚ ਭਗਵਾ ਪਹਿਰਣਾ, ਦਿਗੰਬਰ ਹੋਣਾ, ਮ੍ਰਿਗਸ਼ਾਲਾ ਪਰ ਬੈਠ ਕੇ ਜਾਪ ਕਰਨਾ, ਖੱਪਰ ਲੈ ਕੇ ਮੰਗਦੇ ਫਿਰਨਾ, ਦੰਭੀ ਸੰਨਿਆਸੀ ਬਣਨਾ, ਚਰਮ ਪੋਸ਼ ਹੋਣਾ, ਬੋਧੀ ਜਨੇਊ ਔਰ ਧੋਤੀ ਦਾ ਰੱਖਣਾ ਅਤੇ ਆਦਿਕ ਸਭ ਭੇਖਾਂ ਨੂੰ ਸਵਾਂਗ ਕਥਨ ਕੀਤਾ ਹੈ ਔਰ ਅੰਤ ਨੂੰ ਆਪਣਾ ਇਹ ਸਿਧਾਂਤ ਪ੍ਰਗਟ ਕਰਿਆ ਹੈ ਕਿ ਆਦਮੀ ਦੀ ਕੋਈ ਜਾਤੀ ਨਹੀਂ, ਕੇਵਲ ਅਗਿਆਨ ਦੀ ਕਲਪਨਾ ਹੈ। ਹਿੰਦੂ ਦੇਖੋ, ਬਚਿੱਤਰ ਨਾਟਕ ਦੇ ਇਸ ਬਚਨ ਤੋਂ ਗੁਰੂ ਤੇਗ ਬਹਾਦਰ ਦਾ ਜੇਊ ਪਹਿਰਣਾ ਸਿੱਧ ਹੁੰਦਾ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਬਚਿੱਤਰ ਨਾਟਕ ਅਧਿਆਇ 5ਵਾਂ। ਸਿੱਖ ਵਿਆਕਰਣ ਵੇਤਾ ਹਿੰਦੂ ਭਾਈ, ਇਸ ਦਾ ਇਹ ਅਰਥ ਹੈ ਕਿ ਕਸ਼ਮੀਰੀ ਬ੍ਰਾਹਮਣ ਜੋ ਜਨੇਊ ਉਤਾਰਨ ਦੇ ਭੈ ਕਰਕੇ ਸਤਿਗੁਰ ਦੀ ਸ਼ਰਨ ਆਏ ਸਨ, ਉਹਨਾਂ ਦਾ ਤਾਕਾ, ਤਿਲਕ ਔਰ ਜਨੇਊ ਸਵਾਮੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਦਿੱਤਾ। ਫੁੱਟਨੋਟ: ਇਸ ਉਪਕਾਰ ਦਾ ਬਦਲਾ ਹੁਣ ਕਿਰਤੱਗਿਆ ਹਿੰਦੂਆਂ ਵੱਲੋਂ ਇਹੋ ਰਿਹਾ ਹੈ ਕਿ ਜਿੱਥੋਂ ਤੋੜੀ ਹੋ ਸਕਦਾ ਹੈ ਸਿੱਖਾਂ ਦੇ ਕੇਸ ਆਦਿਕ ਚਿੰਨ੍ਹ ਮਿਟਾਉਣ ਵਿੱਚ ਪੂਰਾ ਯਤਨ ਕੀਤਾ ਜਾਂਦਾ ਹੈ। ਕਈ ਅਗਿਆਨੀ ਧਰਮ ਤੋਂ ਪਤਿਤ ਸਿੱਖ ਜੋ ਬ੍ਰਾਹਮਣਾਂ ਦੇ ਧੱਕੇ ਚੜ੍ਹ ਜਾਂਦੇ ਹਨ, ਉਹਨਾਂ ਨੂੰ ਪੰਡਤ ਜੀ ਦੀ ਆਗਿਆ ਹੁੰਦੀ ਹੈ ਕਿ ਕੱਛ ਔਰ ਕੜਾ ਲਾ ਕੇ ਸੰਕਲਪ ਕਰਵਾਓ। ਜੇ ਵਿਚਾਰ ਨਾਲ ਦੇਖਿਆ ਜਾਵੇ ਤਾਂ ਜੋ ਸਲੂਕ ਔਰੰਗਜ਼ੇਬ ਵੱਲੋਂ ਜਨੇਊ ਟਿੱਕੇ ਉਤਾਰਨ ਦਾ ਹਿੰਦੂਆਂ ਨਾਲ ਹੁੰਦਾ ਸੀ, ਇਸ ਵੇਲੇ ਉਹੀ ਸਲੂਕ ਸਵਾਰਥੀ ਹਿੰਦੂਆਂ ਦੀ ਤਰਫੋਂ ਸਿੱਖਾਂ ਨਾਲ ਹੋ ਰਿਹਾ ਹੈ। ਉਹ ਆਪਣਾ ਮੁੱਖ ਕਰਤੱਵ ਇਹ ਜਾਣਦੇ ਹਨ ਕਿ ਜਿੱਥੋਂ ਤੋੜੀ ਹੋ ਸਕੇ ਸਿੱਖਾਂ ਦੇ ਚਿੰਨ੍ਹ ਦੂਰ ਕੀਤੇ ਜਾਣ ਔਰ ਆਪਣੇ ਨਾਲ ਮਿਲਾ ਕੇ ਸਿੱਖ ਨਾਮ ਮਿਟਾ ਦਿੱਤਾ ਜਾਵੇ। ਇਸੇ ਉਦੇਸ਼ ਨੂੰ ਮਨ ਵਿੱਚ ਰੱਖ ਕੇ ਹਮ ਹਿੰਦੂ ਨਹੀਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਨੇਊ ਦੀ ਮਹਿਮਾ ਖੰਡੇ ਦੇ ਅਮਰ ਤੋਂ ਹੀ ਨਹੀਂ ਘਟੀ, ਬਲਕਿ ਪਹਿਲੇ ਸਹਿਜਧਾਰੀ ਸਿੱਖ ਵੀ ਇਸ ਦੀ ਕੁਝ ਕਦਰ ਨਹੀਂ ਕਰਦੇ ਸਨ ਔਰ ਜਨੇਊ ਨੂੰ ਮਾਮੂਲੀ ਡੋਰੇ ਤੋਂ ਵੱਧ ਕੇ ਹੋਰ ਕੁਝ ਨਹੀਂ ਜਾਣਦੇ ਸਨ। ਇਸ ਦੀ ਪੁਸ਼ਟੀ ਵਾਸਤੇ ਦੇਖੋ ਦਬਿਸਤਾਨ ਮਜ਼ਹਬ ਦਾ ਪ੍ਰਸੰਗ। ਸਾਦਾ ਨਾਮਕ ਗੁਰੂ ਦਾ ਸਿੱਖ ਜੋ ਪੂਰਾ ਸਿੱਦਕੀ ਸੀ, ਇੱਕ ਵਾਰ ਮੇਰੇ ਨਾਲ ਕਾਬਲ ਤੋਂ ਪੰਜਾਬ ਤਾਈਂ ਆਇਆ। ਰਸਤੇ ਵਿੱਚ ਅਚਾਨਕ ਮੇਰੀ ਪੋਸਤੀਨ ਦੀ ਤਣੀ ਟੁੱਟ ਗਈ। ਸਾਦੇ ਨੇ ਝੱਟ ਆਪਣਾ ਜਨੇਊ ਲਾ ਕੇ ਪੋਸਤੀਨ ਨੂੰ ਬੰਨ੍ਹ ਦਿੱਤਾ। ਮੈਂ ਉਸ ਨੂੰ ਆਖਿਆ,
ਤੈਂ ਇਹ ਕੀ ਕੀਤਾ? ਸਾਦੇ ਨੇ ਉੱਤਰ ਦਿੱਤਾ ਕਿ ਜਨੇਊ ਗਲ ਵਿੱਚ ਰੱਖਣ ਦਾ ਇਹੀ ਲਾਭ ਹੈ ਕਿ ਵੇਲੇ ਸਿਰ ਡੋਰਾ ਕੰਮ ਆ ਜਾਵੇ। ਜੇ ਮੈਂ ਆਪਣੇ ਸੱਜਣ ਦਾ ਕੰਮ ਇਸ ਨਾਲ ਨਾ ਸਵਾਰਾਂ ਤਾਂ ਮੈਨੂੰ ਜਨੇਊ ਰੱਖਣ ਤੋਂ ਕੀ ਫਾਇਦਾ ਹੈ। ਤਾਲੀਮ ਨੰਬਰ 2 ਨਜ਼ਰ 24। ਆਪ ਜਾਤੀ ਅਭਿਮਾਨੀ ਬ੍ਰਾਹਮਣਾਂ ਨੂੰ ਪੂਜਿਆ ਮੰਨਦੇ ਔਰ ਦਾਨ ਦਿੰਦੇ ਹੋ, ਪਰ ਸਾਡੇ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਦਾਨ ਸਨਮਾਨ ਦਾ ਅਧਿਕਾਰੀ ਠਹਿਰਾਇਆ ਹੈ। ਯਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਗੌੜੀ ਮਹੱਲਾ ਚੌਥਾ ਪੰਨਾ 164। ਫੁੱਟਨੋਟ: ਦਬਿਸਤਾਨ ਮਜ਼ਾਬ ਦਾ ਕਰਤਾ ਮੌਸਮ ਫਾਨੀ ਈਰਾਨ ਨਿਵਾਸੀ ਸੀ ਔਰ ਉਸ ਨੇ ਹਿੰਦੁਸਤਾਨ ਵਿੱਚ ਫਿਰ ਕੇ ਸਭ ਮਤਾਂ ਦਾ ਹਾਲ ਲਿਖਿਆ ਹੈ। ਮੌਸਮ ਫਾਨੀ ਨੇ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ ਔਰ ਬਾਬਾ ਗੁਰਦਿੱਤਾ ਜੀ ਦਾ ਦਰਸ਼ਨ ਕੀਤਾ ਔਰ ਸਤਿਗੁਰਾਂ ਦੇ ਦੀਵਾਨਾਂ ਵਿੱਚ ਹਾਜ਼ਰ ਹੁੰਦਾ ਰਿਹਾ। ਉਸ ਦੇ ਲੇਖ ਤੋਂ ਇਹ ਵੀ ਪ੍ਰਗਟ ਹੁੰਦਾ ਹੈ ਕਿ ਛੇਵੇਂ ਸਤਿਗੁਰਾਂ ਨਾਲ ਉਸ ਦਾ ਪੱਤਰ ਵਿਹਾਰ ਸੀ। ਗੁਰਮਤਿ ਵਿੱਚ ਤੁਲਾਦਾਨ, ਛਾਇਆ ਪਾਤਰ ਆਦਿਕ ਦਾਨ ਵਿਧੀ ਵਿਧਾਨ ਨਹੀਂ। ਜੋ ਸਿੱਖ ਹਿੰਦੂਆਂ ਦੇ ਦਾਨ ਦੀ ਨਕਲ ਕਰਕੇ ਸਿੱਖਾਂ ਨੂੰ ਦਿੰਦੇ ਹਨ, ਉਹ ਦੋਵੇਂ ਹੀ ਲੈਣ ਔਰ ਦੇਣ ਵਾਲੇ ਖਾਲਸਾ ਧਰਮ ਤੋਂ ਪਤਿਤ ਹਨ। ਗੁਰਸਿੱਖਾਂ ਨੂੰ ਸਿੱਖਾਂ ਦਾ ਦੇਣਾ ਐਸਾ ਹੈ ਜੈਸੇ ਆਪਣੇ ਭਾਈਆਂ ਨੂੰ ਸਹਾਇਤਾ ਦੇਣੀ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਦਾਨ ਕਰਨ ਦਾ ਇਹੀ ਤਰੀਕਾ ਦੱਸਿਆ ਹੈ ਕਿ ਆਪਣੀ ਕਮਾਈ ਵਿੱਚੋਂ 10ਵਾਂ ਹਿੱਸਾ ਧਰਮ ਦੇ ਕੰਮਾਂ ਲਈ ਕੱਢੋ ਔਰ ਉਸ ਨੂੰ ਪੰਜਾਂ ਪਿਆਰਿਆਂ ਦੀ ਸੰਮਤੀ ਨਾਲ ਕੌਮ ਦੀ ਸੇਵਾ ਲਈ ਖਰਚ ਕਰੋ। ਜੋ ਸਿੱਖ ਬ੍ਰਾਹਮਣਾਂ ਦੀ ਨਕਲ ਕਰਕੇ ਦਾਨ ਕਰਦੇ ਹਨ, ਉਹ ਗੁਰਮਤਿ ਤੋਂ ਅਗਿਆਤ ਹਨ। ਸਤਿਗੁਰ ਜੀ ਦਾ ਉਪਦੇਸ਼ ਹੈ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਵਾਰ ਗੌੜੀ ਮਹੱਲਾ ਚੌਥਾ ਪੰਨਾ 371। ਸੇਵ ਕਰੀ ਇਨ ਹੀ ਕੀ ਭਾਵਤ और की सेव सुहात ना जी को, दान दयो इन ही को भलो, और दान को दान न लागत नीको, आगे फले इन ही को दयो, जग में जस और दयो सब फीको, मोह गृह में तन ते मन ते, सिर लो धन है सब ही इन ही को। केसो प्रबोध पातशाही 10वीं। हिंदू: ਇਹ ਤਾਂ ਗੁਰੂ ਸਾਹਿਬ ਨੇ ਬ੍ਰਾਹਮਣਾਂ ਦੀ ਮਹਿਮਾ ਵਿੱਚ ਸਵਈਏ ਉਚਾਰੇ ਹਨ ਔਰ ਬ੍ਰਾਹਮਣਾਂ ਨੂੰ ਦਾਨ ਕਰਨ ਦਾ ਹੁਕਮ ਦਿੱਤਾ ਹੈ। ਆਪ ਇਸ ਦੇ ਅਰਥ ਸਿੱਖਾਂ ਵਾਸਤੇ ਕਿਸ ਤਰ੍ਹਾਂ ਲਾਉਂਦੇ ਹੋ? ਸਿੱਖ ਪਿਆਰੇ ਹਿੰਦੂ ਜੀ, ਇਨ੍ਹਾਂ ਸਵਈਆਂ ਵਿੱਚ ਗੁਰੂ ਸਾਹਿਬ ਬ੍ਰਾਹਮਣ ਨੂੰ ਸੰਬੋਧਨ ਕਰਕੇ ਆਖਦੇ ਹਨ, ਜੋ ਕਿਛ ਲੇਖ ਲਿਖਿਓ ਬਿਦਨਾ ਸੋਈ ਪਾਇਤ ਪ੍ਰਿਸ ਜੂ ਸ਼ੋਕ ਨਿਵਾਰੋ। ਇਸ ਗੁਫ਼ਤਗੂ ਵਿੱਚ ਗੁਰੂ ਸਾਹਿਬ ਉੱਤਮ ਪੁਰਸ਼ ਹਨ। ਮਿਸਰ ਜੀ ਦੁੱਤੀ ਪੁਰਸ਼ ਹੈ ਜਿਸ ਨਾਲ ਗੱਲਬਾਤ ਹੋ ਰਹੀ, ਔਰ ਖਾਲਸਾ ਤ੍ਰਿਤੀਏ ਅੰਨੇ ਪੁਰਸ਼ ਹੈ। ਇਸ ਵਾਸਤੇ ਇਨਹੂ ਪਦ ਬ੍ਰਾਹਮਣਾਂ ਲਈ ਨਹੀਂ ਆ ਸਕਦਾ। ਇਸ ਵਿਆਕਰਣ ਸੰਬੰਧੀ ਚਰਚਾ ਨੂੰ ਜਾਣ ਦਿਓ। ਅਸੀਂ ਆਪ ਨੂੰ ਅੰਤ ਦੇ ਦੋਹਰੇ ਤੋਂ ਹੀ ਅੱਛੀ ਤਰ੍ਹਾਂ ਸਮਝਾ ਦਿੰਦੇ ਹਾਂ ਕਿ ਇਹ ਸਵਈਏ ਖਾਲਸੇ ਦੀ ਮਹਿਮਾ ਵਿੱਚ ਹਨ। ਜਥਾ ਚਟ ਪਟਾਏ ਚਿੱਤ ਮੈਂ ਜਰਿਓ, ਤ੍ਰਿਣ ਜਿਉ ਕ੍ਰੁੱਧਤ ਹੋਏ, ਖੋਜ ਰੋਜ ਕੇ ਹੇਤ ਲਗ, ਦਇਓ ਮਿਸਰ ਜੂ ਰੋਏ। ਕੇਸੋ ਪ੍ਰਬੋਧ। ਅਰਥਾਤ ਗੁਰੂ ਸਾਹਿਬ ਨੇ ਨਿਤ ਵਾਸਤੇ ਜੋ ਨਵਾਂ ਰਸਤਾ ਚਲਾ ਦਿੱਤਾ ਕਿ ਬ੍ਰਾਹਮਣਾਂ ਨੂੰ ਦਾਨ ਨਾ ਦਿੱਤਾ ਜਾਵੇ, ਉਹ ਗੁਰਸਿੱਖਾਂ ਨੂੰ ਹੀ ਪੂਰਨ ਅਧਿਕਾਰੀ ਸਮਝਿਆ ਜਾਵੇ। ਇਸ ਪਰ ਮਿਸਰ ਨੂੰ ਬੜੀ ਚਟਪਟੀ ਲੱਗੀ ਔਰ ਰੋ ਪਿਆ। ਆਪ ਹੀ ਵਿਚਾਰ ਕੇ ਦੱਸੋ ਕਿ ਜੇ ਬ੍ਰਾਹਮਣਾਂ ਦੇ ਹੱਕ ਵਿੱਚ ਸਤਿਗੁਰਾਂ ਦਾ ਹੁਕਮ ਹੁੰਦਾ ਤਾਂ ਮਿਸਰ ਰੋਂਦਾ ਜਾਂ ਹੱਸਦਾ? ਔਰ ਦੇਖੋ ਸਾਡੇ ਅਰਥ ਦੀ ਤਾਈਦ ਵਿੱਚ ਭਾਈ ਮਨੀ ਸਿੰਘ ਜੀ ਸ੍ਰੀ ਕਲਗੀਧਰ ਦੇ ਹਜੂਰੀਏ ਕੀ ਆਖਦੇ ਹਨ? ਬ੍ਰਾਹਮਣ ਵੇਦ ਪਾਠ ਤੇ ਦੇ ਅਭਿਮਾਨੀ ਕਰਮ ਕਾਂਡੀ ਸੇ, 10ਵੇਂ ਪਾਤਸ਼ਾਹ ਨੇ ਖਾਲਸੇ ਨੂੰ ਵਡਿਆਈ ਤੇ ਗੁਰਿਆਈ ਬਖਸ਼ੀ ਤਾਂ ਬ੍ਰਾਹਮਣਾ ਰੋਏ ਦਿੱਤਾ। ਪੁਸਤਕ ਸਰਬਲੋ ਅਥਵਾ ਲੋਹ ਪ੍ਰਕਾਸ਼ ਦੇ ਪੰਨਾ 667 ਤੋਂ 69 ਵਿੱਚ ਵੀ ਇਸ ਅਰਥ ਦੀ ਪੁਸ਼ਟੀ ਹੈ। ਜਥਾ ਖਾਲਸਾ ਮੇਰੋ ਰੂਪ ਹੈ ਖਾਲਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਹਉ ਖਾਲਸੇ ਕੋ ਖਾਲਸ ਮੇਰੋ, ਉਤ ਪੋਤ ਸਾਗਰ ਬੁੰਦੇਰੋ। ਹਿੰਦੂ: ਆਪ ਬ੍ਰਾਹਮਣਾਂ ਬਾਬਤ ਇਹ ਆਖਦੇ ਹੋ, ਪਰ ਸੁਖਮਣੀ ਵਿੱਚ ਬ੍ਰਾਹਮਣਾਂ ਨੂੰ ਨਮਸਕਾਰ ਕਰਨੀ ਲਿਖੀ ਹੈ। ਜਥਾ ਸੋ ਪੰਡਤ ਜੋ ਮਨ ਪਰ ਬੁੱਧ ਹੈ,
राम नाम आत्म मैं सोधै, वेद पुराण सिमरत बूझै मूल, सूखम मैं जाने अस्थूल, चौं वर्ना को दे उपदेश, नानक उस पंडित को सदा आदेश। गौड़ी सुखमनी महला पंजवां पन्ना 274। सिख प्यारे हिंदू जी, गुरु ਸਾਹਿਬ ਜਾਤੀ ਨੂੰ ਮੁੱਖ ਨਾ ਰੱਖ ਕੇ ਗੁਣ ਨੂੰ ਪ੍ਰਧਾਨ ਮੰਨਦੇ ਹੋਏ ਪੰਡਤ ਦੇ ਲੱਛਣ ਦੱਸਦੇ ਹਨ ਕਿ ਜੇ ਕੋਈ ਇਹਨਾਂ ਲੱਛਣਾਂ ਨੂੰ ਧਾਰਨ ਕਰਦਾ ਹੈ ਉਸ ਨੂੰ ਪੰਡਤ ਸਮਝੋ, ਔਰ ਜਨੇਊ ਟਿੱਕੇ ਦੇ ਧੋਖੇ ਵਿੱਚ ਫਸ ਕੇ ਜਾਤੀ ਅਭਿਮਾਨੀ ਬ੍ਰਾਹਮਣਾਂ ਨੂੰ ਪੰਡਤ ਨਾ ਮੰਨੋ। ਫੁੱਟਨੋਟ: ਗੁਰੂ ਅਮਰਦਾਸ ਜੀ ਵੀ ਪੰਡਤ ਦੇ ਲੱਛਣ ਕਥਨ ਕਰਦੇ ਹਨ। ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ, ਸਤਿਗੁਰ ਕੀ ਉਹ ਦੀਖਿਆ ਲੈ, ਸਤਿਗੁਰ ਆਗੇ ਸੀਸ ਧਰੇ, ਸਭਨਾ ਮੈਂ ਏਕੋ ਏਕ ਬਖਾਣੇ, ਜਾਂ ਏਕੋ ਵੇਖੈ ਤਾਂ ਏਕੋ ਜਾਣੇ। ਮਲਾਰ ਮਹੱਲਾ ਤੀਜਾ ਪੰਨਾ 1261। ਦੇਖੋ ਇਹ ਸ਼ਬਦ ਵਿੱਚ ਕੈਸਾ ਉੱਤਮ ਉਪਦੇਸ਼ ਹੈ ਕਿ ਪੰਡਤ ਉਹ ਹੈ ਜੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉਪਦੇਸ਼ ਦਿੰਦਾ ਹੈ ਔਰ ਸਰਬ ਵਿਆਪੀ ਵਾਹਿਗੁਰੂ ਰਾਮ ਨਾਮ ਦੇ ਭਾਵ ਅਰਥ ਨੂੰ ਮਨ ਵਿੱਚ ਵਿਚਾਰਦਾ ਹੈ ਔਰ ਵੇਦ ਪੁਰਾਣ ਸਿਮਰਤੀਆਂ ਆਦਿਕਾਂ ਦੀ ਅਸਲੀਅਤ ਨੂੰ ਸਮਝਦਾ ਹੈ ਔਰ ਸਾਰੇ ਪ੍ਰਪੰਚ ਨੂੰ ਉਸ ਵਾਹਿਗੁਰੂ ਤੋਂ ਹੋਇਆ ਮੰਨਦਾ ਹੈ। ਇਹ ਨਹੀਂ ਕਿ ਕਈ ਅਨਾਦਿ ਪਦਾਰਥ ਮੰਨ ਕੇ ਪਰਮਾਤਮਾ ਦੇ ਅਦੁੱਤੇ ਹੋਣ ਦਾ ਵਿਰੋਧੀ ਬਣਦਾ ਹੈ ਔਰ ਚੌਂ ਵਰਨਾਂ ਨੂੰ ਇੱਕ ਪਿਤਾ ਦੇ ਪੁੱਤਰ ਮੰਨ ਕੇ ਭਾਈਆਂ ਦੀ ਤਰ੍ਹਾਂ ਪਿਆਰ ਕਰਦਾ ਔਰ ਸੱਚਾ ਉਪਦੇਸ਼ ਦਿੰਦਾ। ਇਹ ਨਹੀਂ ਕਿ ਸ਼ੂਦਰ ਨੂੰ ਧਰਮ ਦਾ ਉਪਦੇਸ਼ ਨਹੀਂ ਕਰਨਾ ਔਰ ਉਸ ਨੂੰ ਅਕਾਲ ਦੀ ਗੱਲ ਨਹੀਂ ਸਿਖਾਉਣੀ, ਜਿਹਾ ਕਿ ਮਨੂ ਔਰ ਵਸ਼ਿਸ਼ਟ ਆਪਣੀਆਂ ਸਿਮਰਤੀਆਂ ਵਿੱਚ ਲਿਖਦੇ ਹਨ। ਸ੍ਰੀ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਇਹਨਾਂ ਗੁਣਾਂ ਵਾਲਾ ਜੋ ਕੋਈ ਪੁਰਸ਼ ਹੈ ਉਹ ਪੰਡਤ ਹੈ ਔਰ ਉਹ ਨਮਸਕਾਰ ਕਰਨ ਯੋਗ ਹੈ। ਆਪ ਜਿਨ੍ਹਾਂ ਜਾਤੀ ਅਭਿਮਾਨੀਆਂ ਨੂੰ ਪੰਡਤ ਸੱਦਦੇ ਹੋ ਉਹਨਾਂ ਬਾਬਤ ਗੁਰੂ ਸਾਹਿਬ ਇਹ ਕਥਨ ਕਰਦੇ ਹਨ। ਲੋਭੀ ਅੰਨ ਕੋ ਸੇਮ ਦੇ, ਪੜ ਵੇਦਾਂ ਕਰੇ ਪੁਕਾਰ, ਵਿਖਿਆ ਅੰਦਰ ਪਚ ਮੂਏ, ਨਾ ਉਰਵਾਰ ਨ ਪਾਰ, ਮਾਇਆ ਮੋਹ ਵਿਸਾਰਿਆ, ਜਗਤ ਪਿਤਾ ਪ੍ਰਤਪਾਲ। ਸ੍ਰੀ ਰਾਗ ਮਹੱਲਾ ਤੀਜਾ ਪੰਨਾ ਨੰਬਰ 30। ਮਨਮੁਖ ਪੜੇ ਪੰਡਤ ਕਹਾਵੇਂ, ਦੂਜੇ ਭਾਏ ਮਹਾ ਦੁਖ ਪਾਵੇਂ, ਵੇਦ ਪੜੇ ਹਰ ਰਸ ਨਹੀਂ ਆਇਆ, ਵਾਦ ਵਖਾਣੇ ਮੋਹਿ ਮਾਇਆ। ਮਾਝ ਮਹੱਲਾ ਤੀਜਾ ਪੰਨਾ 128। ਪੰਡਤ ਭੂਲੇ ਦੂਜੇ ਲਾਗੇ, ਮਾਇਆ ਕੈ ਵਪਾਰ, ਅੰਤਰ ਤ੍ਰਿਸ਼ਨਾ ਭੁੱਖ ਹੈ, ਮੂਰਖ ਭੁੱਖਿਆਂ ਮੋਏ ਗਵਾਰ। ਵਾਰ ਸੋਠ ਮਹੱਲਾ ਤੀਜਾ ਪੰਨਾ 647। ਪੰਡਤ ਵਾਚੈ ਪੋਥੀਆਂ, ਨਾ ਬੂਝੇ ਵਿਚਾਰ, ਅੰਨ ਕੋ ਮਤੀ ਦੇ ਚਲੇ, ਮਾਇਆ ਕਾ ਵਪਾਰ। ਸ੍ਰੀ ਰਾਗ ਮਹੱਲਾ ਪਹਿਲਾ ਪੰਨਾ 56। ਪੰਡਤ ਆਖਾਏ ਬਹੁਤੀ ਰਾਹੀਂ, ਕੋਰੜ ਮੋਠ ਜਨੇਹਾ, ਅੰਦਰ ਮੋਹ ਨਿਤ ਭਰਮ ਵਿਆਪਿਆ, ਤਿਸਟਸ ਨਾਹੀ ਦੇਹਾ। ਕੂੜੀ ਆਵੈ ਕੂੜੀ ਜਾਵੈ, ਮਾਇਆ ਕੀ ਨਿਤ ਜੋਹਾ, ਸੱਚ ਕਹੇ ਤਾਂ ਸ਼ੋਹ ਆਵੈ, ਅੰਤਰ ਬਹੁਤਾ ਰੋਹਾ। ਵਿਆਪਿਆ ਦੁਰਮਤ ਕਬੁੱਧ ਕਮੂੜਾ, ਮਨ ਲਾਗਾ ਤਿਸ ਮੂਹਾ, ਠੱਗੇ ਸੇਤੀ ਠੱਗ ਰਲ ਆਇਆ, ਸਾਧ ਵੀ ਇੱਕੋ ਜਿਹਾ। ਸਤਿਗੁਰ ਸਰਾਫ ਨਦਰੀ ਵਿੱਚ ਤੋਂ ਕੱਢੈ, ਤਾਂ ਉਗੜ ਆਇਆ ਲੋਹਾ। ਵਾਰ ਰਾਮਕਲੀ ਮਹੱਲਾ ਪੰਜਵਾਂ ਪੰਨਾ 960। ਕਿਤਾਬ ਹਮ ਹਿੰਦੂ ਨਹੀਂ, ਲੇਖਕ ਭਾਈ ਕਾਨ ਸਿੰਘ ਨਾਭਾ, ਭਾਗ ਪੰਜਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।